ਆਪਾਂ ਸਾਰਿਆਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਕਲਿਆਣਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਾਜ ਰਹੇ ਸਰਬੱਤ ਮਾਈ ਭਾਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ। ਸਭ ਮਾਈ ਭਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਹਾਂ। ਸਾਡੇ ਸਾਰਿਆਂ ਦੇ ਉੱਪਰ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ। ਗੁਰਬਾਣੀ ਦੇ ਬਚਨ ਹਨ, ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਜਿਹੜੀ ਸਾਧ ਸੰਗਤ ਦੀ ਪ੍ਰਾਪਤੀ ਹੈ ਵੱਡਿਆਂ ਭਾਗਾਂ ਕਰਕੇ ਹੁੰਦੀ ਹੈ। ਇਹ ਆਪ ਸਭਨਾ ਸੰਗਤਾਂ ਵਿੱਚ ਵਿਦਿਤ ਹੈ ਕਿ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਕਈ ਦਿਨਾਂ ਤੋਂ ਸੁੰਦਰ ਦੀਵਾਨ ਸਜਦੇ ਔਰ ਗੁਰੂ ਕੇ ਮਹਾਨ ਕੀਰਤਨੀਏ ਗੁਣੀ ਗਿਆਨੀ ਵਿਦਵਾਨ ਸਾਧੂ ਮਹਾਤਮਾ ਇੱਥੇ ਆ ਕੇ ਹਾਜ਼ਰੀਆਂ ਲਵਾਉਂਦੇ ਨੇ। ਸੋ ਮਹਾਂਪੁਰਖ ਸੰਤ ਬਾਬਾ ਰਣਜੀਤ ਸਿੰਘ ਜੀ ਇੱਕ ਵਚਨ ਸੁਣਾ ਰਹੇ ਸਨ ਤੇ ਗੁਰੂ ਦੀ ਮਹਿਮਾ ਤਾਂ ਜ਼ਰੂਰੀ ਹੈ, ਪਰ ਇਹ ਸਾਧੂਆਂ ਦੀ ਕਿਉਂ ਕਰਦੇ ਨੇ? ਜਿਸ ਵੇਲੇ ਆਪਾਂ ਸਤਿਗੁਰੂ ਮਹਾਰਾਜ ਦੀ ਸੁਖਾਸਣ ਸੇਵਾ ਕਰਦੇ ਹਾਂ, ਜਦੋਂ ਮਹਾਰਾਜ ਆਪਣੇ ਆਸਣਾਂ ਤੇ ਜਾਂਦੇ ਨੇ, ਵਿਰਾਜਮਾਨ ਹੁੰਦੇ ਨੇ, ਉਸ ਵੇਲੇ ਆਪਾਂ ਇੱਕ ਸਾਰੇ ਸ਼ਬਦ ਪੜ੍ਹਦੇ ਹਾਂ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਇਹਦੀ ਅਖੀਰਲੀ ਪੰਕਤੀ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੀ ਪੂਜਾ ਕੀਤੀ, ਸੇਵਾ ਕੀਤੀ, ਪਰਮੇਸ਼ਰ ਵਾਹਿਗੁਰੂ ਫਿਰ ਸੰਸਾਰ ਤੋਂ ਉਹਨਾਂ ਦੀ ਪੂਜਾ ਕਰਾਉਂਦਾ। ਇਸ ਵਾਸਤੇ ਨਾਲ ਵਚਨ ਇਹ ਵੀ ਸੁਣੇ ਆ ਵੀ ਜਿਹੜੀ ਪਰਮੇਸ਼ਰ ਦੇ ਪਿਆਰਿਆਂ ਦੀ ਵਡਿਆਈ ਉਹ ਪਰਮੇਸ਼ਰ ਦੀ ਵਡਿਆਈ ਹੈ, ਉਹਦੀ ਮਹਿਮਾ ਹੀ ਹੈ। ਸੋ ਰਹੋ ਵਿਚਾਰ। ਇੱਕ ਜੋ ਸੰਤ ਬਾਬਾ ਜੋਗਾ ਸਿੰਘ ਜੀ ਆ ਸੇਵਾ ਗੁਰੂ ਮਹਾਰਾਜ ਦਾ ਪ੍ਰਚਾਰ ਕਰ ਰਹੇ ਨੇ। ਇਹਦੇ ਸੰਬੰਧ ਵਿੱਚ ਮਹਾਂਪੁਰਖਾਂ ਨੇ ਇੱਕ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਸੁਣਾਏ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁਨ ਸਿੱਖੋ ਇੱਕ ਸ਼ਬਦ ਸਿਖਾਏ ਕਾ। ਇਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਚਾਰ ਪ੍ਰਮਾਣ ਦਿੱਤੇ ਅਲੱਗ ਅਲੱਗ।
ਇਹ ਆਰੰਭ ਹੁੰਦੇ ਨੇ ਕਹਿੰਦੇ 5 ਵਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏ ਕਾ। ਜਿਵੇਂ ਕਹਿੰਦੇ ਕੋਈ 5 ਵਾਰ ਗੰਗ ਜਾਏ, ਗੰਗਾ ਤੇ ਜਾ ਕੇ ਹਰਿਦੁਆਰ ਇਸ਼ਨਾਨ ਕਰੇ, ਬਾਰ ਪੰਚ ਪ੍ਰਾਗ ਨਹਾਏ 5 ਵਾਰੀ, ਫਿਰ ਕਹਿੰਦੇ ਪ੍ਰਾਗਰਾਜ ਤੀਰਥ ਤੇ ਜਾ ਕੇ ਇਸ਼ਨਾਨ ਕਰੇ, ਉਹ ਹੈ ਇਲਾਹਾਬਾਦ। ਇਹ ਜਿਵੇਂ ਕੁੰਭ ਦੇ ਮੇਲੇ ਲੱਗਦੇ ਨੇ, ਕੁੰਭ ਦੇ ਮੇਲੇ 4 ਜਗ੍ਹਾ ਲੱਗਦੇ ਨੇ, ਹਰਿਦੁਆਰ, ਇਲਾਹਾਬਾਦ, ਉਜੈਨ ਅਤੇ ਨਾਸਿਕ। ਇਹ ਹੈ ਹਿੰਦੂ ਮਤ ਦੇ ਨਾਲ ਸੰਬੰਧਿਤ, ਪਰ ਸਾਡੇ ਸਤਿਗੁਰੂ ਮਹਾਰਾਜ ਉੱਥੇ ਗਏ ਨੇ, ਇਸ ਵਾਸਤੇ ਆਪਾਂ ਗੁਰਸਿੱਖ ਵੀ ਉੱਥੇ ਜਾ ਕੇ ਆਪੋ ਆਪਣੇ ਮਤਾਂ ਦਾ ਪ੍ਰਚਾਰ ਕਰਦੇ, ਗੁਰੂ ਦੀ ਬਾਣੀ ਦਾ ਪ੍ਰਚਾਰ ਕਰਦੇ ਅਤੇ ਲੰਗਰ ਚਲਾਉਂਦੇ ਹਾਂ। ਪਰ ਉੱਦਾਂ ਸਾਡਾ ਇਹਦੇ ਨਾਲ ਕੋਈ ਗੂੜਾ ਸੰਬੰਧ ਨਹੀਂ ਹੈ। ਇਹ ਮੰਨਦੇ ਨੇ ਕਿ 4 ਜਗ੍ਹਾ ਤੇ ਜਿਸ ਵੇਲੇ ਦੇਵਤਿਆਂ ਤੇ ਦੈਂਤਾਂ ਦੀ ਲੜਾਈ ਹੋਈ, ਜਦੋਂ ਸਮੁੰਦਰ ਨੂੰ ਰਿੜਕਿਆ ਤੇ ਉਹਦੇ ਵਿੱਚੋਂ ਰਤਨ ਨਿਕਲੇ, ਜਿਹੜਾ ਅੰਮ੍ਰਿਤ ਸੀ ਤੇ ਉਹ ਦੇਵਤੇ ਸਾਂਭ ਗਏ ਤੇ ਦੈਂਤ ਕਹਿੰਦੇ ਵੀ ਸਾਨੂੰ ਵੀ ਦਿਓ, ਵੀ ਸਾਨੂੰ ਤੁਸੀਂ ਸ਼ਰਾਬ ਦੇ ਦਿੱਤੀ ਤੇ ਆਪ ਅੰਮ੍ਰਿਤ ਛਕੀ ਜਾਂਦੇ ਹੋ। ਪਰ ਸਾਡੇ ਹਾਲਾਤ ਹੁਣ ਇਹ ਹੋ ਗਏ ਕਿ ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਗਤ ਕੀ ਵਿਦ ਨੈਣ ਹੋ ਡੀਠੀ, ਵੀ ਅਸੀਂ ਅੰਮ੍ਰਿਤਾਂ ਨੂੰ ਦਨੀ ਝਾਕਦੇ, ਸ਼ਰਾਬ ਨੂੰ ਜ਼ਰੂਰ ਝਾਕਦੇ ਆ ਸ਼ਾਮ ਨੂੰ। ਜਿਵੇਂ ਦੀਵਾਨਾਂ ਦੇ ਵਿੱਚ ਤਾਂ ਘੱਟ ਸੰਗਤ ਹੁੰਦੀ, ਠੇਕਿਆਂ 'ਤੇ ਜ਼ਿਆਦਾ ਹੁੰਦੀ। ਜਿਹੜੇ ਪਿੰਡ ਵਿੱਚ ਮਰਜ਼ੀ ਦੇਖ ਲਓ, ਠੇਕਿਆਂ 'ਤੇ ਸ਼ਾਮ ਨੂੰ ਪੂਰੀ ਰੌਣਕ ਹੁੰਦੀ ਆ। ਰਹੋ ਵਿਚਾਰ, ਜਦੋਂ ਕਹਿੰਦੇ ਇਹਨਾਂ ਦੀ ਜੰਗ ਜੁੱਧ ਹੋਈ ਤੇ ਜਿਹੜਾ ਅੰਮ੍ਰਿਤ ਦਾ ਘੜਾ ਸੀ ਉਹ ਜਾਂ ਛਲਕ ਕੇ 4 ਜਗ੍ਹਾ ਡਿੱਗਿਆ ਮੰਨਦੇ ਆ, ਜਾਂ ਕਹਿੰਦੇ ਵੀ ਇਹਨੂੰ 4 ਜਗ੍ਹਾ ਤੇ ਲੁਕੋਇਆ ਸੀ। ਉੱਥੇ ਫਿਰ ਇਹ ਕੁੰਭ ਦੇ ਮੇਲੇ ਲੱਗਦੇ। ਇਸ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ 5 ਵਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏ ਕਾ। ਇਹ 12 ਸਾਲਾਂ ਮਗਰੋਂ ਜਿਹੜਾ ਕੁੰਭ ਦੇ ਮੇਲੇ ਆਉਂਦੇ ਨੇ, ਕਹਿੰਦੇ ਇਹੋ ਜਿਹੇ ਜੋੜ ਮੇਲਿਆਂ ਤੇ ਜਾ ਕੇ 5 ਵਾਰ ਇਸ਼ਨਾਨ ਕਰੇ ਤੇ 5 ਵਾਰ ਗੰਗਾ ਹਰਿਦੁਆਰ ਜਾ ਕੇ ਦਰਸ਼ਨ ਕਰਕੇ ਇਸ਼ਨਾਨ ਪਾਣੀ ਕਰੇ। ਕਹਿੰਦੇ ਇੰਨਾ ਪੁੰਨ ਤਾਂ ਇੱਕ ਗੁਰੂ ਕੇ ਸਿੱਖ ਨੂੰ ਪ੍ਰੇਮ ਦੇ ਨਾਲ ਜਲ ਦੇ ਕੇ ਇਸ਼ਨਾਨ ਕਰਾਉਣ ਦਾ ਮਿਲ ਜਾਂਦਾ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਪੁਰ ਖੇਤ ਅਸਮੇਤ ਜਗ ਫਲ ਸਿੱਖ ਕੋ ਜਵਾਏ ਕਾ। ਕਹਿੰਦੇ ਜੇ ਕਿਸੇ ਗੁਰੂ ਕੇ ਸਿੱਖ ਨੂੰ ਪਿਆਸ ਲੱਗੀ ਹੋਵੇ, ਉਹਨੂੰ ਪ੍ਰੇਮ ਦੇ ਨਾਲ, ਸਿੱਖ ਕੋ ਪਿਲਾਏ ਪਾਣੀ ਭਾਉ ਕਰ, ਪ੍ਰੇਮ ਕਰਕੇ। ਐ ਨਹੀਂ ਵੀ ਜੇ ਕਿਤੇ ਪਾਣੀ ਮੰਗੇ ਲਿਆ ਤਾਂ ਹਨਾ ਬਹੁਤ ਔਖੇ ਹੋ ਕੇ ਲਿਆ ਕੇ ਛਕਾਣਾ, ਇਹ ਨਹੀਂ। ਐਵੇਂ ਨਹੀਂ। ਭਾਈ ਕਨ੍ਹਈਆ ਜੀ ਨੇ ਜਲ ਦੀ ਜਿਹੜੀ ਸੇਵਾ ਕੀਤੀ, ਇਹ ਮਹਾਨ ਸੇਵਾ ਹੈ। ਕਹਿੰਦੇ ਸਿੱਖ ਕੋ ਪਿਲਾਏ ਪਾਣੀ ਭਾਉ ਕਰ ਪੁਰ ਖੇਤ ਅਸਮੇਤ ਜਗ ਫਲ ਸਿੱਖ ਕੋ ਜਵਾਏ ਕਾ। ਕਿਸੇ ਗੁਰਸਿੱਖ ਨੂੰ ਪ੍ਰੇਮ ਦੇ ਨਾਲ ਜਲ ਛਕਾ ਦੇਣਾ, ਕਹਿੰਦੇ ਅਸਮੇਤ ਜਗ ਫਲ ਕੀਤਿਆਂ ਦਾ ਫਲ ਮਿਲ ਜਾਂਦਾ। ਫਿਰ ਤੀਸਰੀ ਥਾਵੇਂ ਵਚਨ ਕਹੇ ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ। ਜਿਵੇਂ ਕਹਿੰਦੇ 100 ਮੰਦਰ ਸੋਨੇ ਦੇ ਉਸਾਰ ਕੇ ਅੱਗੇ ਦਾਨ ਕਰ ਦੇਣੇ। ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਇੰਨਾ ਫਲ ਸਾਧ ਸੰਗਤ ਜੀ ਕਿਸੇ ਗੁਰੂ ਕੇ ਸਿੱਖ ਨੂੰ ਇੱਕ ਅੱਖਰ ਪੜ੍ਹਾ ਦੇਣ ਦਾ ਮਿਲਦਾ। ਇੱਕ ਸ਼ਬਦ ਸਿਖਾ ਦੇਵੇ ਨਾ, ਇੱਦਾਂ ਫਲ ਮਿਲਦਾ। ਫਿਰ ਅਖੀਰ ਦੇ ਵਿੱਚ ਵਚਨ ਕਹੇ ਭਾਈ ਗੁਰਦਾਸ ਸਾਹਿਬ ਜੀ ਨੇ ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ ਤੈਸਾ ਪੁੰਨ ਸਿੱਖ ਕੋ ਚਾਪ ਪਗ ਸਵਾਏ ਕਾ। ਕਹਿੰਦੇ ਜਿਵੇਂ ਕੋਈ ਮਹਾਨ ਪੂਰਨ ਸਾਧੂ ਮਹਾਤਮਾ ਦੇ 20 ਵਾਰ ਦਰਸ਼ਨ ਕਰ ਲਈਏ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ। ਪ੍ਰਸਾਦ ਹੋਣਾ ਚਾਹੀਦਾ। ਮਹਾਰਾਜ ਨੇ ਗੁਰਬਾਣੀ ਵਿੱਚ ਇੱਕ ਵਚਨ ਕਹੇ ਸਾਧ ਨਾਮ ਨਿਰਮਲਤਾ ਕੇ ਕਰਮ। ਸੁਰਤੀ ਵਿੱਚ ਕਿਹਾ, ਕਹਿੰਦੇ ਪੁਨ ਸਾਧ ਬਹੀ ਜਗ ਜਾਨੀਏ ਜਾ ਕੇ ਨਹੀਂ ਉਪਾਦ ਮਨ। ਜਿਹਦੇ ਮਨ ਵਿੱਚ ਉਪਾਧੀ ਨਹੀਂ ਹੋਈ ਸਾਧ ਹੈ। ਜਾਂ ਇੱਕ ਹੋਰ ਵਚਨ ਨੇ ਕਹਿੰਦੇ ਸਵੈ ਕਾਰਜ ਸਿੱਧਿਅਤੀ ਪਰ ਕਾਰਜ ਧਾਇਅਤੀ ਸਾ ਸਾਧਾ। ਜਿਹਦੇ ਆਪ ਦੇ ਸਾਰੇ ਕਾਰਜ ਸਿੱਧ ਹੋ ਜਾਣ, ਪਰ ਕਾਰਜ ਧਾਇਅਤੀ, ਕਹਿੰਦੇ ਦੂਜਿਆਂ ਦੇ ਪਰਾਇਆਂ ਦੇ ਕਾਰਜਾਂ ਵਾਸਤੇ ਦੌੜਾ ਫਿਰੇ, ਉਹ ਸਾਧੂ ਹੈ।
ਐਸੇ ਸਾਧੂਆਂ ਨੂੰ ਮਹਾਰਾਜ ਨੇ ਗੁਰਬਾਣੀ ਵਿੱਚ ਇੱਕ ਵਚਨ ਕਹੇ, ਧੰਨ 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 ਜਨ ਆਇਆ, ਜਿਸ ਪ੍ਰਸਾਰ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਹਾਰਾਜ ਕਹਿੰਦੇ ਐਸੇ ਸਤਿਪੁਰਸ਼ਾਂ ਨੂੰ ਸਾਡੀ ਹਮੇਸ਼ਾ ਵਾਸਤੇ ਨਮਸਕਾਰ ਹੈ। ਇਸ ਵਾਸਤੇ ਕਹਿੰਦੇ ਵੀ ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਜਿਵੇਂ ਕਹਿੰਦੇ ਕਿਸੇ ਪੂਰਨ ਸਾਧੂ ਮਹਾਤਮਾ ਦੇ 20 ਵਾਰ ਦਰਸ਼ਨ ਕਰ ਲੈਣ ਦਾ ਫਲ, ਤੈਸਾ ਪੁੰਨ ਸਿੱਖ ਕੋ ਚਾਂਪ ਪਗ ਸਵਾਏਗਾ। ਕਹਿੰਦੇ ਇੰਨਾ ਫਲ ਇੱਕ ਗੁਰੂ ਕੇ ਸਿੱਖ ਨੂੰ, ਉਹਦੀ ਜੇ ਥੱਕਿਆ ਆਇਆ ਬਾਹਰੋਂ ਤੇ ਉਹਦੀ ਮੁੱਠੀ ਚਾਪੀ ਕਰਕੇ ਉਹਦੀਆਂ ਲੱਤਾਂ ਪੈਰ ਘੁੱਟ ਕੇ ਉਹਨੂੰ ਸਵਾ ਦੇਣ ਦਾ ਫਲ 20 ਸਾਧੂਆਂ ਦੇ ਦਰਸ਼ਨ ਕਰਨ ਦਾ ਬਰਾਬਰ ਦਾ ਫਲ ਮਿਲਦਾ। ਇਸ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਜਿਸ ਵੇਲੇ ਗੁਰੂ ਕੀਆਂ ਸਿੱਖ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਈਆਂ, ਜੋ ਅੰਮ੍ਰਿਤਸਰ ਸਾਹਿਬ ਖਾਲਸਾ ਕਾਲਜ ਵਾਲੇ ਪਾਸੇ ਜਿੱਧਰ ਯੂਨੀਵਰਸਿਟੀ ਹੈ ਉਧਰਲੇ ਪਾਸੇ ਸ਼੍ਰੀ ਹਰਰਾ ਸਾਹਿਬ ਵਾਲੇ ਰੋਡ ਦੇ ਲਾਗੇ ਇੱਕ ਮਹਾਰਾਜ ਦਾ ਸਥਾਨ ਆ ਗੁਰਦੁਆਰਾ ਪਿਪਲੀ ਸਾਹਿਬ, ਉੱਥੇ ਸੰਗਤਾਂ ਨੇ ਪੜਾ ਕੀਤਾ। ਅੰਮ੍ਰਿਤਸਰ ਸਾਹਿਬ ਤੋਂ ਬਾਰ-ਬਾਰ ਹੁਣ ਉਹ ਸ਼ਹਿਰ ਦੇ ਵਿੱਚ ਆ ਗਿਆ। ਭਾਈ ਗੁਰਦਾਸ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਸੰਗਤ ਮਹਾਰਾਜ ਦੇ ਦਰਸ਼ਨਾਂ ਵਾਸਤੇ ਆ ਰਹੀ ਹੈ, ਰਾਤ ਬਾਰ-ਬਾਰ ਪੜਾ ਕੀਤਾ। ਭਾਈ ਗੁਰਦਾਸ ਸਾਹਿਬ ਜੀ ਆਪ ਵੀ ਉਸ ਸਥਾਨ ਤੇ ਆਏ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਸੰਗਤਾਂ ਦੇ ਉੱਥੇ ਆ ਕੇ ਚਰਨ ਘੁੱਟੇ, ਪਰ ਸੰਗਤ ਨੂੰ ਨਹੀਂ ਪਤਾ ਲੱਗਿਆ। ਐ ਨਹੀਂ ਕਿ ਭਾਈ ਗੁਰਦਾਸ ਸਾਹਿਬ ਜੀ ਇਕੱਲਾ ਸਾਨੂੰ ਵਾਸਤੇ ਉਪਦੇਸ਼ ਕਰਦੇ ਨੇ, ਉਹਨਾਂ ਨੇ ਆਪ ਸਾਰਾ ਕੁਝ ਕਮਾ ਕੇ ਫੇਰ ਸੰਗਤ ਨੂੰ ਕਿਹਾ। ਇਸ ਵਾਸਤੇ ਕਿਹਾ, ਕਹਿੰਦੇ ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਜਿਵੇਂ 20 ਵਾਰ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰੇ ਜਾਣ, ਕਹਿੰਦੇ ਤੈਸਾ ਪੁੰਨ ਸਿੱਖ ਕੋ ਚਾਪ ਪਗ ਸਵਾਏਗਾ। ਮੁੱਠੀ ਚਾਪੀ ਕਰਕੇ ਗੁਰੂ ਕੇ ਸਿੱਖ ਨੂੰ ਸਵਾ ਦੇਣ ਦਾ ਇੰਨਾ ਫਲ ਮਿਲਦਾ। ਇਹ ਸਤਿਗੁਰੂ ਮਹਾਰਾਜ ਦੀਆਂ ਜਿਹੜੀਆਂ ਸੇਵਾਵਾਂ ਨੇ, ਇਹ ਬੰਦੇ ਦੀ ਕੋਈ ਔਕਾਤ ਨਹੀਂ। ਜੇ ਬੰਦਾ ਕਹੇ ਮੈਂ ਆਪ ਕਰ ਲੂੰ, ਨਹੀਂ, ਇਹ ਪਰਮੇਸ਼ਰ ਹੀ ਕਰਾਵੇ ਤਾਂ ਹੋ ਸਕਦੀਆਂ। ਪਰ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸੰਤ ਬਾਬਾ ਜੋਗਾ ਸਿੰਘ ਜੀ ਜੋ ਸ਼ਬਦ ਗੁਰੂ ਪ੍ਰਚਾਰ ਵਾਸਤੇ ਲੱਗੇ ਹੋਏ ਨੇ, ਮਹਾਰਾਜ ਕਿਰਪਾ ਕਰਕੇ ਇਹਨਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨ, ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਸਮਾਂ ਤਕਰੀਬਨ ਸੰਪੂਰਨ ਹੋ ਚੁੱਕਾ, 2 ਮਿੰਟ ਰਹਿੰਦੇ ਨੇ। ਹੋਰ ਮਹਾਂਪੁਰਖ ਬਹੁਤ ਇੱਥੇ ਬੈਠੇ ਨੇ, ਉਹਨਾਂ ਮਹਾਂਪੁਰਖਾਂ ਦੇ ਆਪਾਂ ਸਾਰਿਆਂ ਨੇ ਜਿਹੜੇ ਬਚਨ ਨੇ ਉਹ ਸ਼ਰਵਣ ਕਰਨੇ ਨੇ, ਔਰ ਇਕੱਲੇ ਸੁਣਨੇ ਨਹੀਂ, ਸੁਣ ਕੇ ਮੰਨਣੇ ਨੇ। ਇਸ ਵਾਸਤੇ ਮਹਾਰਾਜ ਨੇ ਬਾਣੀ 'ਚ ਲਿਖਿਆ, ਸੁਣਤੇ ਪੁਨੀਤ ਕਹਿਤੇ ਪਵਿੱਤ। ਪਰ ਜੇ ਕਹਿੰਦੇ ਪਵਿੱਤਰ 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 ਪੁਨੀਤ, 3 ਵਾਰ ਪਵਿੱਤਰ ਕਹੀਏ ਤਾਂ ਇੱਕ ਪੁਨੀਤ ਹੁੰਦਾ। ਜਿਹੜੇ ਸੁਣਨ ਵਾਲੇ ਨੇ ਮਹਾਰਾਜ ਕਹਿੰਦੇ ਉਹ ਪੁਨੀਤ ਨੇ, ਕਹਿਣ ਵਾਲੇ ਪਵਿੱਤਰ ਹੋ ਜਾਂਦੇ, ਮੁੱਖ ਪਵਿੱਤਰ ਹੋ ਜਾਂਦਾ। ਵੈਸੇ ਵੀ ਮਹਾਰਾਜ ਨੇ ਸਾਨੂੰ ਜ਼ਬਾਨ ਇੱਕ ਦਿੱਤੀ ਹੈ ਤੇ ਕੰਨ 2 ਦਿੱਤੇ, ਦਾ ਮਤਲਬ ਇਹੀ ਆ ਵੀ ਬੋਲੋ ਘੱਟ ਤੇ ਸੁਣੋ ਜ਼ਿਆਦਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਇਸੇ ਪ੍ਰਕਾਰ ਮਹਾਰਾਜ ਕਿਰਪਾ ਬਖਸ਼ਾਂ ਕਰਦੇ ਰਹਿਣ, ਇਹ ਸੁੰਦਰ ਦੀਵਾਨ ਸਾਜਦੇ ਰਹਿਣ ਤੇ ਸੰਗਤਾਂ ਨੂੰ ਲਾਭ ਪ੍ਰਾਪਤ ਹੁੰਦਾ ਰਹੇ। ਇੰਨਾ ਕੁਝ ਬੋਲਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਪ੍ਰਬੰਧਕ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਨਛੱਤਰ ਸਿੰਘ ਜੀ ਅਲਾਚੌਰ ਵਾਲੇ, ਜਿਨ੍ਹਾਂ ਨੇ ਆਪਾਂ ਨੂੰ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਸਾਡੇ ਵਾਸਤੇ ਇੱਕ ਬਹੁਤ ਹੀ ਅਮੋਲਕ ਖਜ਼ਾਨਾ ਕਵਿਤ ਅਤੇ ਵਾਰਾਂ ਰਚ ਕਰਕੇ ਬਹੁਤ ਸਾਰੀਆਂ ਸੇਧਾਂ ਦਿੱਤੀਆਂ ਨੇ। ਉਸ ਦੀ ਵਿਚਾਰ ਕਰਕੇ ਆਪਾਂ ਨੂੰ ਹਰ ਗੁਰਸਿੱਖ ਨੂੰ ਸੇਵਾ ਦੀ ਪ੍ਰੇਰਣਾ ਦਿੱਤੀ ਹੈ, ਭਾਵੇਂ ਉਹ ਗੁਰੂ ਦੇ ਸ਼ਬਦ ਦੇ ਸਿਖਾਉਣ ਦੀ ਹੋਵੇ, ਗਾਉਣ ਦੀ ਹੋਵੇ, ਪ੍ਰਚਾਰਨ ਦੀ ਹੋਵੇ, ਭਾਵੇਂ ਸਿੱਖ ਨੂੰ ਸਰੀਰਕ ਖੇਚਲ ਦੇ ਨਾਲ ਆਈ ਹੋਈ ਥਕਾਵਟ ਨੂੰ ਦੂਰ ਕਰਨ ਦੀ ਹੋਵੇ, ਭਾਵੇਂ ਗੁਰੂ ਕੇ ਪਿਆਰਿਓ ਸੰਸਾਰ ਦੇ ਅੰਦਰ ਗੁਰਸਿੱਖ ਦੀ ਹਰ ਲੋੜ ਪੂਰੀ ਕਰਕੇ ਜੀਵਨ ਸਫਲਾ ਕਰਨ ਵਾਲੀ ਕੋਈ ਵੀ ਹੋਵੇ,
ਜੀਵਨ ਸਫਲਾ ਕੀਤਾ ਜਾ ਸਕਦਾ ਹੈ। ਬਾਬਾ ਜੋਗਾ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਬੜੀ ਦੂਰੋਂ ਚੱਲ ਕੇ ਆਏ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਤੁਹਾਡੀਆਂ ਸੇਵਾਵਾਂ ਪ੍ਰਵਾਨ ਕਰਨ। ਬਹੁਤ ਸਾਰੀਆਂ ਜਥੇਬੰਦੀਆਂ ਨੇ ਬਹੁਤ ਸੁੰਦਰ ਸਾਥ ਨਿਭਾਇਆ, ਬਹੁਤ ਬਹੁਤ ਧੰਨਵਾਦ ਹੈ। ਇੱਕ ਵਾਰ ਮੈਂ ਫਿਰ ਸੰਗਤਾਂ ਨੂੰ ਵਿਦਿਤ ਕਰਾ ਦਿਆਂ ਕਿ ਗੁਰੂ ਨਾਨਕ ਮੈਡੀਕਲ ਸਟੋਰ ਡਵਿੱਡਾ ਹਰਿਆਣਾ ਵੱਲੋਂ ਡਾਕਟਰਾਂ ਦੀ ਟੀਮ